अस्सलाम वालेकुम शानी जट वीलॉग ऑफिशियल चैनल ਦੇ ਤੁਹਾਨੂੰ ਸਭ ਨੂੰ ਬਹੁਤ ਖੁਸ਼ਾਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਵੀ ਆਬਾਦ ਹੋ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਪਣੀ ਹਿਫਜ਼ ਅਮਾਨ ਦੇ ਵਿੱਚ ਰੱਖੇ, ਆਮੀਨ। ਅੱਜ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਈਦ ਉਲ ਅਜ਼ਹਾ ਦਾ ਦਿਨ ਮਨਾਇਆ ਜਾ ਰਿਹਾ, ਕੁਰਬਾਨੀ ਹੋ ਰਹੀ ਹੈ ਤੇ ਪੂਰੀ ਉਮਤ ਮੁਸਲਮਾਨ ਜਿਹੜੀ ਹੈ ਸੁन्नत इब्राहिमी ਨੂੰ ਜਿਹੜਾ ਨਾ ਜੋਸ਼ ਤੇ ਜਜ਼ਬੇ ਦੇ ਨਾਲ ਮਨਾ ਰਹੀ ਹੈ ਤੇ ਅੱਲਾਹ ਪਾਕ ਉਹਨਾਂ ਦੀਆਂ ਕੁਰਬਾਨੀਆਂ ਨੂੰ ਕਬੂਲ ਮਨਜ਼ੂਰ ਫਰਮਾਏ, ਆਮੀਨ ਸੁਮ ਆਮੀਨ। ਬਸ ਛੋਟੀ ਜਿਹੀ ਇੱਕ ਗੱਲ ਕਰਨੀ ਸੀ ਕਿ ਇਨਸ਼ਾਅੱਲਾ ਤਾਲਾ ਈਦ ਤੋਂ ਫਾਰਗ ਹੋ ਕੇ ਜਿਹੜੀਆਂ 2-3 ਛੁੱਟੀਆਂ ਹੈਗੀਆਂ ਨੇ ਈਦ ਦੀਆਂ, ਇੱਧਰੋਂ ਫਾਰਗ ਹੋ ਕੇ ਤੇ ਫਿਰ ਇਨਸ਼ਾਅੱਲਾ ਤਾਲਾ ਜਿਹੜਾ ਨਾ ਪ੍ਰੋਪਰ ਵੀਲੌਗ ਬਣਾਵਾਂਗੇ ਤੇ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਡਿਸਕਸ ਕਰਾਂਗੇ। ਇੰਨੀਆਂ ਕੋਈ ਖਾਸ ਖਬਰਾਂ ਹਾਲੇ ਤੱਕ ਮਾਰਕੀਟ ਦੇ ਵਿੱਚ ਆਈਆਂ ਨਹੀਂ ਕਿ ਜਿਨ੍ਹਾਂ ਦੇ ਉੱਤੇ ਜਿਹੜਾ ਨਾ ਕਿ ਕੋਈ ਗੱਲਬਾਤ ਕੀਤੀ ਜਾ ਸਕੇ। ਬਸ ਛੋਟੀ ਮੋਟੀਆਂ ਖਬਰਾਂ ਹੀ ਜਿਹੜੀਆਂ ਨੇ ਉਹ ਗਰਦਿਸ਼ ਕਰ ਰਹੀਆਂ ਨੇ, ਜਿਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਉਹ ਸੁਹੇਲ ਅਫਰੀਦੀ ਲੈ ਕੇ ਗਿਆ ਸੀ ਆਪਣਾ ਜੱਥਾ ਪਿੰਡੀ ਦੇ ਵਿੱਚ ਤੇ ਉੱਥੇ ਇੱਕ ਬੱਚੀ ਜਿਹੜੀ ਸੀ ਉਹ ਫੌਤ ਹੋ ਗਈ। ਉਹ ਬਿਮਾਰ ਸੀ ਤੇ ਉਹਨੂੰ ਹਸਪੀਟਲ ਲੈ ਕੇ ਜਾਣਾ ਸੀ, ਲੇਕਿਨ ਉਹ ਧਰਨੇ ਦੇ ਵਿੱਚ ਜਿਹੜਾ ਸੀ ਉਹ ਜਿਹੜਾ ਕਿਉਂਕਿ ਉਹਨੇ ਟ੍ਰੈਫਿਕ ਜੈਮ ਕਰ ਦਿੱਤੀ ਸੀ, ਬਲੌਕ ਕਰ ਦਿੱਤੀ ਸੀ ਤੇ ਉਹ ਬਾਪ ਜਿਹੜਾ ਸੀ ਉਹ ਦੁਹਾਈਆਂ ਦਿੰਦਾ ਰਿਹਾ ਕਿ ਮੈਨੂੰ ਜਾਣ ਦਿਓ, ਲੇਕਿਨ ਉਹਨਾਂ ਨੇ ਨਹੀਂ ਜਾਣ ਦਿੱਤਾ ਤੇ ਉਹਦੀ ਬੱਚੀ ਜੀ ਜਿਹੜੀ ਸੀ ਨਾ ਵਫਾਤ ਹੋ ਗਈ। ਇਨਾ ਲਿਲਾਹਿ ਵ ਇਨਾ ਇਲੈਹਿ ਰਾਜਿਊਨ। ਅੱਲਾਹ ਪਾਕ ਉਹਨੂੰ ਆਪਣੇ ਜਵਾਰੇ ਰਹਿਮਤ 'ਚ ਜਗ੍ਹਾ ਦੇ, ਆਮੀਨ ਸੁਮ ਆਮੀਨ। ਉਹਦੇ ਇਸ ਗਮ ਦੇ ਵਿੱਚ ਮੁਬਤਲਾ ਹੋ ਕੇ ਬੱਚੀ ਦੀ ਇਹ ਵਫਾਤ ਦੇ ਵਿੱਚ ਦੇ ਗਮ ਦੇ ਵਿੱਚ ਮੁਬਤਲਾ ਹੋ ਕੇ ਬਾਪ ਨੇ ਜਿਹੜਾ ਨਾ ਉਹ ਉੱਥੇ ਹੀ ਜਿਹੜਾ ਸੀ ਨਾ ਉੱਧਰੋਂ ਕੀ ਨਾਂ ਲਈਦਾ ਪੁੱਲ ਦੇ ਉੱਤੇ ਜਿਹੜਾ ਸੀ ਨਾ ਛਾਲ ਮਾਰ ਕੇ ਤੇ ਆਪੀ ਵੀ ਖੁਦਕੁਸ਼ੀ ਕਰ ਲਿੱਤੀ। ਤੇ ਇਹ ਕਤਲ ਜਿਹੜੇ 2 ਹੋਏ ਨੇ ਨਾ, ਇਹਨਾਂ ਦਾ ਜਿਹੜਾ ਖੂਨ ਹੈਗਾ ਨਾ ਉਹ ਸੁਹੇਲ ਅਫਰੀਦੀ ਤੇ ਅਲੀਮਾ ਖਾਨ ਦੇ ਉੱਤੇ ਹੈਗਾ ਕਿ ਇਹਨਾਂ ਦੋਵਾਂ ਦੀ ਹੱਟ ਦਰਮੀ ਦੀ ਵਜ੍ਹਾ ਨਾਲ ਜਿਹੜਾ ਨਾ ਇਹ 2 ਅਮਵਾਤਾਂ ਹੋਈਆਂ ਨੇ, ਇੱਕ ਬੱਚੀ ਤੇ ਇੱਕ ਉਹਦਾ ਬਾਪ। ਦੇਖੋ ਰੂਟ ਜਿਹੜਾ ਉਹਨਾਂ ਨੂੰ ਦੱਸਿਆ ਗਿਆ ਸੀ ਨਾ ਉਹ GHQ ਵਾਲਾ ਰੂਟ ਨਹੀਂ ਸੀ, ਉਹ ਦੂਸਰਾ ਰੂਟ ਸੀ ਜਿੱਥੋਂ ਗੁਜ਼ਰ ਕੇ ਇਹਨਾਂ ਨੇ ਅਡਿਆਲਾ ਪਹੁੰਚਣਾ ਸੀ। ਲੇਕਿਨ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਜਨਾਬ ਉਹ GHQ ਵਾਲਾ ਰੂਟ ਫੜ ਲਿਆ ਤੇ ਉੱਧਰ ਆ ਗਏ। ਇਹਨਾਂ ਦਾ ਮਕਸਦ ਸੀ ਦੂਸਰਾ 9 ਮਈ ਕਰਨ ਦਾ, ਜਿਹੜਾ ਸਾਡੇ ਅਦਾਰਿਆਂ ਨੇ ਏਜੰਸੀਆਂ ਨੇ ਨਾਕਾਮ ਕਰ ਦਿੱਤਾ। ਤੇ ਉਹਨਾਂ ਨੇ ਫਿਰ ਇਸ ਗੁੱਸੇ ਦੇ ਵਿੱਚ ਉੱਥੇ ਟ੍ਰੈਫਿਕ ਬਲੌਕ ਕਰ ਦਿੱਤੀ। ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਹੋਇਆ, ਸਵੇਰ ਤੋਂ ਲੈ ਕੇ ਰਾਤ ਤੱਕ ਵਿਚਾਰੇ ਟ੍ਰੈਫਿਕ 'ਚ ਫਸੇ ਰਹੇ ਨੇ ਤੇ ਇਹ 2 ਜ਼ਿੰਦਗੀਆਂ ਵੀ ਜਿਹੜੀਆਂ ਸਨ ਨਾ ਉਹ ਚਲੀ ਗਈਆਂ ਨੇ। ਤੇ ਉੱਥੇ ਜਿਹੜੇ ਲੋਕ ਸਨ ਤੇ PTI ਦੇ ਲੋਕ ਵੀ ਹੈਗੇ ਸਨ, ਜਿਹੜੇ ਵੋਟਰ ਸਨ, ਉਹਨਾਂ ਨੇ ਵੀ ਝੋਲੀ ਚੁੱਕ ਕੇ ਬਦਦੁਆਵਾਂ ਦਿੱਤੀਆਂ, ਠੀਕ ਹੈ। ਤੇ ਉਹਨਾਂ ਨੇ ਵੀ ਕਿਹਾ ਕਿ ਜੀ ਅਸੀਂ ਇਹਨਾਂ ਨੂੰ ਵੋਟ ਦਿੰਦੇ ਹਾਂ ਤੇ ਇਹ ਸਾਡੇ ਨਾਲ ਇਸ ਤਰ੍ਹਾਂ ਕਰਦੇ ਨੇ। ਤੇ ਬਹਰਾਲ ਇਹ ਜਿਹੜੀਆਂ 2 ਜ਼ਿੰਦਗੀਆਂ ਗਈਆਂ ਨੇ, ਇਹਨਾਂ ਦਾ ਮੇਰੀ ਰਾਏ ਹੈਗੀ ਹੈ ਕਿ ਇਹਨਾਂ ਦਾ ਜਿਹੜਾ ਮੁਕੱਦਮਾ ਹੈ, ਇਹਨਾਂ ਦਾ ਜਿਹੜਾ ਪਰਚਾ ਹੈ, ਇਹਨਾਂ ਦੋਵਾਂ ਦੇ ਉੱਤੇ ਕੱਟਣਾ ਚਾਹੀਦਾ, ਅਲੀਮਾ ਖਾਨ ਤੇ ਸੁਹੇਲ ਅਫਰੀਦੀ ਦੇ ਉੱਤੇ, ਕਿ ਜਿਨ੍ਹਾਂ ਦੀ ਵਜ੍ਹਾ ਨਾਲ ਜਿਹੜਾ ਨਾ ਇਹ 2 ਜ਼ਿੰਦਗੀਆਂ ਗਈਆਂ ਨੇ। ਫਿਰ ਇੱਕ ਮਾੜੀ ਮੋਟੀ ਜੀ ਖਬਰ ਹੋਰ ਲੈ ਲਓ ਮੇਰੇ ਕੋਲੋਂ, ਉਹ ਇਹ ਵੇ ਕਿ ਇਹ ਜਿਹੜੇ PTI ਵਾਲੇ ਹੈਗੇ ਨੇ ਉਹ ਕਹਿੰਦੇ ਨੇ ਕਿ ਜੀ ਕਿ ਅਨਮੋਲ ਪਿੰਕੀ ਜਿਹੜੀ ਹੈ ਨਾ ਉਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਅਸਦ ਕੈਸਰ ਨੇ ਤਾਂ ਬਕਾਇਦਾ ਪ੍ਰੈਸ ਕਾਨਫਰੰਸ ਕਰ ਦਿੱਤੀ ਤੇ ਅਨਮੋਲ ਪਿੰਕੀ ਨੂੰ ਜਿਹੜਾ ਆਪਣੀ ਦੂਸਰੀ ਮਾਂ ਕਰਾਰ ਦੇ ਦਿੱਤਾ, ਬਲਕਿ ਕਹਿੰਦਾ ਸਾਡੀ ਖਾਲਾ ਹੈਗੀ ਹੈ। ਤੇ ਯੂਥੀਏ ਜਿਹੜੇ ਨੇ ਉਹ ਕਹਿੰਦੇ ਨੇ ਨਹੀਂ ਜੀ ਕੋਈ ਸਾਡਾ ਲੈਣਾ ਦੇਣਾ ਨਹੀਂ। ਹੁਣ ਮੈਂ ਤੁਹਾਨੂੰ ਇੱਥੇ ਇੱਕ ਹੋਰ ਖਬਰ ਦੇ ਦਿਆਂ ਕਿ ਉਹਦਾ ਜਿਹੜਾ ਵਕੀਲ ਹੈਗਾ ਨਾ ਅਨਮੋਲ ਪਿੰਕੀ ਦਾ, ਉਹ ਜਨਾਬ ISF, ਇਹ ਜਿਹੜਾ ਇਨਸਾਫ ਸਟੂਡੈਂਟ ਫੈਡਰੇਸ਼ਨ ਇਹਨਾਂ ਦਾ ਹੈਗਾ ਨਾ ਇੱਕ ਗਰੁੱਪ, ਤੇ ਉਹਨਾਂ ਨੇ ਜਨਾਬ ਵਕੀਲ ਪ੍ਰੋਵਾਈਡ ਕੀਤਾ ਅਨਮੋਲ ਪਿੰਕੀ ਨੂੰ, ਜਿਹੜਾ ਉਹਦਾ ਮੁਕੱਦਮਾ ਲੜਦਾ ਪਿਆ। ਤੇ ਉਹਨਾਂ ਨੇ ਮੁਕੰਮਲ ਤੌਰ 'ਤੇ ਜਿਹੜਾ ਨਾ ਉਹਨੂੰ ਓਨ ਕਰ ਲਿਆ, ਕਿਹਨੂੰ, ਅਨਮੋਲ ਪਿੰਕੀ ਨੂੰ, ਕਿ ਜਨਾਬ ਇਹ ਸਾਡੀ ਖਾਲਾ ਵੀ ਹੈ ਤੇ ਸਾਡੀ ਮਾਂ ਦੀ ਜਗ੍ਹਾ ਤੇ ਅਸੀਂ ਇਹਨੂੰ ਜਿਹੜਾ ਨਾ ਪ੍ਰੋਟੈਕਟ ਕਰਨਾ। ਉਹ ਭਾਈ ਜੀ PTI ਦੇ ਬੜੇ ਵੱਡੇ ਮਗਰਮੱਛ, ਉਹਨਾਂ ਦਾ ਤਾਲੁਕ ਇਹਦੇ ਨਾਲ ਹੈਗਾ ਕਿ ਉਹਨਾਂ ਦੇ ਨਾਲ ਮਨਸ਼ੀਆਤ ਦਾ ਕੰਮ ਕਰਦੀ ਸੀ, ਸਮਝ ਆ ਰਹੀ ਹੈ, ਸਪਲਾਈ ਕਰਦੀ ਸੀ, ਉਹਨਾਂ ਦਾ ਮਾਲ ਫੜਦੀ ਸੀ ਤੇ ਇੱਧਰ ਵੇਚਦੀ ਸੀ ਤੇ ਆਪਣਾ ਮਾਲ ਉੱਧਰ ਵੇਚਦੀ ਸੀ। ਅਫਗਾਨਿਸਤਾਨ ਤੋਂ ਮਾਲ ਆਉਂਦਾ ਸੀ, ਠੀਕ ਹੈ, ਅਫਰੀਕਾ ਤੋਂ ਮਾਲ ਆਉਂਦਾ ਸੀ ਤੇ ਇੱਧਰੋਂ KPK ਤੋਂ ਮਾਲ ਆਉਂਦਾ ਸੀ ਤੇ ਵੇਚਦੀ ਸੀ ਤੇ ਉਹਦਾ ਅੱਧਾ ਹਿੱਸਾ ਇਹਨਾਂ ਨੂੰ ਦਿੰਦੀ ਸੀ, ਸਮਝ ਆ ਰਹੀ ਹੈ। ਤੇ ਜਨਾਬੇ ਅਲੀ ਉਹਨਾਂ ਨੇ ਹੁਣ ਇਹਨੂੰ ਬਚਾਉਣ ਵਾਸਤੇ ਜਿਹੜਾ ਸਰ ਤੌਰ ਜਿਹੜੀ ਨਾ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ ਤੇ ਉਹਨਾਂ ਨੇ ਆਪਣਾ ਵਕੀਲ ਵੀ ਦੇ ਦਿੱਤਾ ਅਨਮੋਲ ਪਿੰਕੀ ਨੂੰ ਬਚਾਉਣ ਵਾਸਤੇ। ਤੇ ਤੁਹਾਨੂੰ ਮੈਂ ਪਹਿਲਾਂ ਹੀ ਖਬਰ ਦੇ ਚੁੱਕੀ ਹਾਂ ਕਿ 4 ਅਫਰੀਕੀ ਜਿਹੜੇ ਨੇ ਉਹ ਲਾਹੌਰ ਤੋਂ ਗ੍ਰਿਫਤਾਰ ਹੋਏ ਨੇ ਤੇ ਇਹ ਜੂੰ ਹੀ ਇੱਧਰੋਂ ਕਰਾਚੀ ਤੋਂ ਸਿੰਧ ਤੋਂ ਫਾਰਗ ਹੁੰਦੀ ਹੈ ਤੇ ਪੰਜਾਬ ਵਾਲੇ ਜਿਹੜੇ ਨਾ ਇਹਨੂੰ ਆਪਣੀ ਕਸਟਡੀ 'ਚ ਲੈ ਕੇ ਤੇ ਇਹਦੇ ਉੱਤੇ ਮੁਕੱਦਮਾ ਵੀ ਚਲਾਉਣਗੇ ਤੇ ਇਨਵੈਸਟੀਗੇਸ਼ਨ ਵੀ ਕਰਨਗੇ ਤੇ ਬਾਕਾਇਦਾ ਜਿਹੜਾ ਨਾ ਪਤਾ ਲਾਉਣਗੇ ਕਿ ਹੋਰ ਇਹਦੇ ਪਿੱਛੇ ਕਿਹੜਾ ਹੈਗਾ।
ਤੇ ਜਨਾਬ ਇਹ ਦੋ ਜਿਹੜੀਆਂ ਖਬਰਾਂ ਸਨ ਉਹ ਹੈਗੀਆਂ। ਬਾਕੀ ਤੁਹਾਨੂੰ ਈਰਾਨ ਤੇ ਅਮਰੀਕਾ ਦੀ ਲੜਾਈ ਦੇ ਹਵਾਲੇ ਨਾਲ ਤੁਹਾਨੂੰ ਦੱਸ ਦਈਏ ਕਿ ਉਹ ਕਹਾਣੀ ਕਿਸੇ ਪਾਸੇ ਬਹਿੰਦੀ ਨਹੀਂ ਪਈ। ਸਾਡੇ ਫੀਲਡ ਮਾਰਸ਼ਲ ਗਏ ਨੇ ਤਹਿਰਾਨ, ਉੱਥੇ ਦੌਰਾ ਕੀਤਾ ਤੇ ਉਹ ਦੌਰਾ ਕਰਕੇ ਸਿੱਧਾ ਚਾਈਨਾ ਚਲੇ ਗਏ ਨੇ। ਚਾਈਨਾ ਉਹਨਾਂ ਨੇ ਜੁਆਇਨ ਕਰ ਲਿੱਤਾ ਵਜ਼ੀਰ ਆਜ਼ਮ ਪਾਕਿਸਤਾਨ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਨੂੰ, ਤੇ ਉੱਥੇ ਉਹਨਾਂ ਨੇ ਕਾਫੀ ਮੁਲਾਕਾਤਾਂ ਕੀਤੀਆਂ ਨੇ ਤੇ ਬਕਾਇਦਾ ਅਮਰੀਕਾ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ। ਤੇ ਜਿਹੜੀ ਮੁਆਹਦੇ ਦੀ ਜਿਹੜੀ ਹੈਗੀ ਸੀ ਨਾ, ਉਹਨਾਂ ਨੇ ਜਿਹੜੇ ਨਕਾਤ ਸਾਨੂੰ ਪੇਸ਼ ਕੀਤੇ ਨੇ ਤੇ ਅਮਰੀਕਾ ਨੇ ਪਤਾ ਨਹੀਂ ਉਹਨਾਂ ਨੂੰ ਕਬੂਲ ਕਰਨਾ ਹੈ, ਐਕਸੈਪਟ ਕਰਨਾ ਨਹੀਂ ਕਰਨਾ, ਇਹ ਅਲੱਗ ਗੱਲ ਹੈ। ਲੇਕਿਨ ਅਮਰੀਕਾ ਨੇ ਫਿਰ ਹਮਲੇ ਕਰ ਦਿੱਤੇ ਨੇ ਈਰਾਨ ਦੇ ਉੱਤੇ ਤੇ ਇਹ ਮੁਆਹਦਾ ਜਿਹੜਾ ਨਾ ਮੈਨੂੰ ਖਟਾਈ ਦੇ ਵਿੱਚ ਪੈਂਦਾ ਹੋਇਆ ਨਜ਼ਰ ਆ ਰਿਹਾ। ਤੇ ਚਾਈਨਾ ਦੇ ਵਿੱਚ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਦਾ ਬੜਾ ਅਹਿਮ ਦੌਰਾ ਹੋਇਆ ਤੇ ਉੱਥੇ ਜੋ ਪ੍ਰੋਟੋਕੋਲ ਉਹਨਾਂ ਨੂੰ ਦਿੱਤਾ ਗਿਆ, ਬੜੇ ਵੱਡੇ ਮਨਸੂਬੇ ਜਿਹੜੇ ਨੇ ਨਾ ਉਹਨਾਂ ਦੇ ਉੱਤੇ ਜਿਹੜਾ ਨਾ ਮੁਆਹਦੇ ਹੋਏ ਨੇ ਤੇ ਇੰਸ਼ਾਅੱਲਾ ਤਾਲਾ ਚਾਈਨੀਜ਼ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਆ ਕੇ ਆਪਣਾ ਜਿਹੜਾ ਨਾ ਉਹ ਕੰਮ ਕਰਨਗੇ ਤੇ ਪਾਕਿਸਤਾਨ ਦੇ ਵਿੱਚ ਰੋਜ਼ਗਾਰ ਦੇ ਮੌਕੇ ਵੀ ਜਿਹੜੇ ਨਾ ਉਹ ਫਰਾਹਮ ਹੋਣਗੇ। ਜਿਹੜਾ ਪ੍ਰੋਟੋਕੋਲ ਸ਼ਹਬਾਜ਼ ਸ਼ਰੀਫ ਸਾਹਿਬ ਨੂੰ ਮਿਲ ਰਿਹਾ ਨਾ ਐਸਾ ਪ੍ਰੋਟੋਕੋਲ ਡੋਨਲਡ ਟਰੰਪ ਤੋਂ ਮਿਲਿਆ ਤੇ ਨਾ ਹੀ ਐਸਾ ਪ੍ਰੋਟੋਕੋਲ ਪਿਊਟਨ ਨੂੰ ਮਿਲਿਆ ਜਿਹੜਾ ਰੂਸ ਦਾ ਸਦਰ ਹੈਗਾ। ਤੇ ਸ਼ਹਬਾਜ਼ ਸ਼ਰੀਫ ਸਾਹਿਬ ਜਿਹੜਾ ਨਾ ਆਪਣਾ ਚਾਈਨਾ ਦਾ ਦੌਰਾ ਉਹ ਕੰਪਲੀਟ ਕਰਕੇ ਵਾਪਸ ਆ ਗਏ ਨੇ ਤੇ ਇੰਸ਼ਾਅੱਲਾ ਤਾਲਾ ਹੁਣ ਇਹ ਤੋਂ ਬਾਅਦ ਜਿਹੜਾ ਨਾ ਉਹ ਤੁਹਾਨੂੰ ਹੁਣ ਸਹੀ ਖਬਰਾਂ ਦਾ ਜਿਹੜਾ ਨਾ ਪਤਾ ਲੱਗੇਗਾ। ਇਬਰਾਹਿਮ ਅਕਾਰਡ ਜਿਹੜਾ ਨਾ ਉਹ ਡੋਨਲਡ ਟਰੰਪ ਕਹਿ ਰਿਹਾ ਕਿ ਜੀ ਕਿ ਇਹਦੇ ਤੇ ਸਾਈਨ ਕਰੋ। ਇਬਰਾਹਿਮ ਅਕਾਰਡ ਇਹ ਹੈਗਾ ਕਿ ਜੀ ਕਿ ਹਜ਼ਰਤ ਇਬਰਾਹਿਮ ਅਲੈਹਿਸਲਾਮ ਦੀ ਨਸਲ ਦੇ ਵਿੱਚ ਹੈਗੀਆਂ ਤੇ ਸਾਨੂੰ ਜਿਹੜਾ ਨਾ ਆਪਸ ਵਿੱਚ ਲੜਨਾ ਨਹੀਂ ਚਾਹੀਦਾ ਤੇ ਮੁਆਹਦੇ ਕਰਨੇ ਚਾਹੀਦੇ ਨੇ। ਲੇਕਿਨ ਇਬਰਾਹਿਮ ਅਕਾਰਡ ਜਿਹੜਾ ਨਾ ਉਹ ਜ਼ਿਆਦਾਤਰ ਇਜ਼ਰਾਈਲ ਦੇ ਹੱਕ ਦੇ ਵਿੱਚ ਹੈਗਾ ਤੇ ਲਿਹਾਜ਼ਾ ਪਾਕਿਸਤਾਨ ਤੇ ਇਜ਼ਰਾਈਲ ਨੂੰ ਮੰਨਣ ਦੇ ਵਿੱਚ ਆ ਹੀ ਨਹੀਂ ਰਿਹਾ। ਅਸੀਂ ਤਾਂ ਐਕਸੈਪਟ ਨਹੀਂ ਕਰਦੇ, ਸਾਡੇ ਤੇ ਪਾਸਪੋਰਟ ਦੇ ਚੀਜ਼ ਨਹੀਂ ਲਿਖਿਆ ਕਿ ਜੀ ਅਸੀਂ ਇਜ਼ਰਾਈਲ ਨੂੰ ਜਿਹੜਾ ਨਾ ਮੰਨਦੇ ਹਾਂ ਤੇ ਲਿਹਾਜ਼ਾ ਅਸੀਂ ਤੇ ਕੈਟਾਗੋਰੀਕਲੀ ਕਹਿ ਦਿੱਤਾ ਕਿ ਸਾਡਾ ਅਸੀਂ ਇਜ਼ਰਾਈਲ ਨੂੰ ਮੰਨਣ ਦੇ ਬਿਲਕੁਲ ਵੀ ਹੱਕ ਦੇ ਵਿੱਚ ਨਹੀਂ ਹੈਗੇ, ਕਿਉਂਕਿ ਇਹਦੇ ਉੱਤੇ ਕਈ ਲੱਖ ਮੁਸਲਮਾਨਾਂ ਦਾ ਖੂਨ ਹੈਗਾ। ਸਮਝ ਆ ਰਹੀ ਹੈ? ਤੇ ਲਿਹਾਜ਼ਾ ਅਸੀਂ ਇਜ਼ਰਾਈਲ ਨੂੰ ਤਸਲੀਮ ਹੀ ਨਹੀਂ ਕਰਦੇ। ਸਾਊਦੀ ਅਰਬ ਨੇ ਵੀ ਤਸਲੀਮ ਕਰਨ ਦਾ ਇਨਕਾਰ ਕਰ ਦਿੱਤਾ, ਲੇਕਿਨ ਅਮਰੀਕਾ ਜਿਹੜਾ ਨਾ ਉਹ ਪ੍ਰੈਸ਼ਰਾਈਜ਼ ਕਰ ਰਿਹਾ ਦੂਸਰੀ ਅਰਬ ਜਿਹੜੀਆਂ ਰਿਆਸਤਾਂ ਨੇ ਨਾ ਉਹਨਾਂ ਨੂੰ ਜਿਹੜਾ ਨਾ ਪ੍ਰੈਸ਼ਰਾਈਜ਼ ਕਰ ਰਿਹਾ ਕਿ ਚਲੋ ਪਾਕਿਸਤਾਨ ਤੇ ਸਾਊਦੀ ਅਰਬ ਨਾ ਮੰਨੇ ਲੇਕਿਨ ਦੂਸਰੀ ਜਿਹੜੀ ਅਰਬ ਰਿਆਸਤਾਂ ਨੇ ਨਾ ਉਹ ਤਸਲੀਮ ਕਰਨ। UAE ਮੁਤਹਿਦਾ ਅਰਬ ਅਮਾਰਾਤ ਵੱਲੋਂ ਤਾਂ ਉਹਨਾਂ ਨੂੰ ਕੋਈ ਖਤਰਾ ਨਹੀਂ ਕਿਉਂਕਿ ਉਹ ਤੇ ਆਲਰੇਡੀ ਐਕਸੈਪਟ ਕਰ ਚੁੱਕਿਆ, ਤਸਲੀਮ ਕਰ ਚੁੱਕਿਆ ਤੇ ਉਹਦੇ ਬਕਾਇਦਾ ਰਾਬਤੇ ਵੀ ਨੇ, ਉਹਨੇ ਐਮਬੈਸੀ ਵੀ ਖੋਲ੍ਹੀ ਆਪਣੀ ਇਜ਼ਰਾਈਲ ਦੀ ਤੇ ਲਿਹਾਜ਼ਾ ਉਹ ਜਿਹੜਾ ਨਾ ਉਹਦਾ ਬਗਲ ਬੱਚਾ ਹੈ। UAE ਮੁਤਹਿਦਾ ਅਰਬ ਅਮਾਰਾਤ ਇੱਕ ਵਾਰੀ ਫੇਰ ਸੁਣ ਲਓ ਕਿ ਇਜ਼ਰਾਈਲ ਦਾ ਬਗਲ ਬੱਚਾ ਤੇ ਉਹ ਉਹਦੇ ਇਸ਼ਾਰੇ ਤੇ ਚੱਲਦਾ। ਤੇ ਇਹ ਜਿਹੜੀ ਹਾਲੀਆ ਦਹਿਸ਼ਤਗਰਦੀ ਹੋਈ ਹੈ ਨਾ ਕੋਇਟਾ ਦੇ ਵਿੱਚ, ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਨੇ ਟ੍ਰੇਨ ਦੇ ਵਿੱਚੋਂ ਆ ਰਹੇ ਸਨ ਜਾਫਰ ਐਕਸਪ੍ਰੈਸ ਤੱਕ ਤੇ 15 ਮਿੰਟ ਦੇ ਫਾਸਲੇ ਦੀ ਜਿਹੜੀ ਦਹਿਸ਼ਤਗਰਦੀ ਹੋਈ ਤੇ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ, ਕੁਝ ਸਿਵਿਲੀਅਨ ਵੀ ਸ਼ਹੀਦ ਹੋਏ, ਇਹਦੇ ਪਿੱਛੇ ਵੀ ਜਨਾਬ ਇਹੀ ਲੋਕ ਹੈਗੇ ਨੇ। ਇੰਡੀਆ ਦੀ ਪ੍ਰੋਕਸੀ ਹੈਗੀ ਹੈ ਤੇ ਇਹ ਇਜ਼ਰਾਈਲ ਪ੍ਰੋਕਸੀ ਹੈਗੀ ਹੈ ਤੇ ਇਹ ਮਿਲ ਕੇ ਜਿਹੜਾ ਨਾ BLA ਤੇ ਇਜ਼ਰਾਈਲੀ ਤੇ ਇਹ ਸਾਰੇ ਮਿਲ ਕੇ ਤੇ ਇਹਨਾਂ ਨੂੰ ਸਪੋਰਟ ਕਰ ਰਿਹਾ ਜਨਾਬ ਮੁਤਹਿਦਾ ਅਰਬ ਅਮਾਰਾਤ। ਇਹ ਗੱਲ ਹੁਣ ਲੁਕੀ ਛੁਪੀ ਨਹੀਂ ਗਈ, ਜ਼ਬਾਨ ਜ਼ਦਿਆਮ ਹੈਗੀ ਹੈ। ਹਰ ਕੋਈ ਇਹੀ ਗੱਲ ਕਰ ਰਿਹਾ ਕਿ ਜੀ ਮੁਤਹਿਦਾ ਅਰਬ ਅਮਾਰਾਤ ਇਹਨਾਂ ਨੂੰ ਪਨਾਹ ਵੀ ਦੇ ਰਿਹਾ ਤੇ ਇਹਨਾਂ ਨੂੰ ਫੰਡਿੰਗ ਵੀ ਕਰ ਰਿਹਾ ਤੇ ਲਿਹਾਜ਼ਾ ਇਹਨਾਂ ਦੀ ਜਿਹੜੇ ਨਾ ਪ੍ਰੋਕਸੀ ਹੈਗੀ ਤੇ ਇਹਨਾਂ ਦੀ ਸਹੂਲਤਕਾਰੀ ਦੀ ਵਜ੍ਹਾ ਨਾਲ ਇਹਨਾਂ ਨੇ ਧਮਾਕੇ ਕੀਤੇ ਤੇ ਸਾਡੇ ਜਿਹੜੇ ਨੇ ਜਵਾਨਾਂ ਨੂੰ ਤੇ ਸਿਵਲੀਅਨ ਨੂੰ ਸ਼ਹੀਦ ਕੀਤਾ ਗਿਆ ਤੇ ਲਿਹਾਜ਼ਾ ਉਹਦਾ ਹੁਣ ਇੰਸ਼ਾਅੱਲਾ ਤਾਲਾ ਬਦਲਾ ਦਿੱਤਾ ਜਾਏਗਾ। ਤੇ ਕੱਲ ਰਾਤ ਤੋਂ ਲੈ ਕੇ ਹੁਣ ਤੱਕ ਜਿਹੜਾ ਨਾ ਅਲਹਮਦੁਲਿਲਾ ਸਾਡੀ ਜਿਹੜੀ ਪਾਕ ਫੌਜ ਹੈਗੀ ਹੈ ਤੇ ਉਹਨੇ ਤਕਰੀਬਨ ਕੋਈ 50 ਦੇ ਕਰੀਬ ਜਾਂ ਇਸ ਤੋਂ ਜ਼ਿਆਦਾ ਜਿਹੜੇ ਨੇ ਨਾ ਉਹ ਫਿਤਨਾਤੁਲ ਖਵਾਰਿਜ ਦਹਿਸ਼ਤਗਰਦ ਜਿਹੜੇ ਹੈਗੇ ਸਨ ਉਹ ਮਾਰ ਦਿੱਤੇ ਨੇ, ਜਹੰਨਮ ਹਾਸਿਲ ਕਰ ਦਿੱਤੇ ਨੇ। ਤੇ ਅਸੀਂ ਆਪਣੇ ਮੁਲਕ ਤੇ ਆਪਣੀ ਫੌਜ ਦੇ ਨਾਲ ਖੜੇ ਹਾਂ ਤੇ ਇੰਸ਼ਾਅੱਲਾ ਤਾਲਾ ਅਸੀਂ ਇਹਨਾਂ ਦਾ ਡਟ ਕੇ ਮੁਕਾਬਲਾ ਕਰਦੇ ਰਹਾਂਗੇ ਤੇ ਜਿਹੜਾ ਇਹਨਾਂ ਦਾ ਸਹੂਲਤਕਾਰ ਹੈ ਤੇ ਉਹਨਾਂ ਨੂੰ ਵੀ ਇੰਸ਼ਾਅੱਲਾ ਤਾਲਾ ਜਿਹੜਾ ਨਾ ਹੁਣ ਸਬਕ ਸਿਖਾਉਣ ਦਾ ਵਕਤ ਆ ਚੁੱਕਿਆ ਤੇ ਇੰਸ਼ਾਅੱਲਾ ਤਾਲਾ ਈਦ ਤੋਂ ਬਾਅਦ ਜਿਹੜਾ ਨਾ ਪ੍ਰੋਪਰ ਤੁਹਾਡੇ ਨਾਲ ਰਾਬਤਾ ਕਰਾਂਗੇ। ਇਹ ਕੁਝ ਖਬਰਾਂ ਸਨ ਜਿਹੜੀਆਂ ਮੈਂ ਤੁਹਾਡੇ ਗੋਸ਼ੇ ਗੁਜ਼ਾਰ ਕਰ ਰਿਹਾ ਤੇ ਇੰਸ਼ਾਅੱਲਾ ਤਾਲਾ ਇਹਦੇ ਬਾਅਦ ਦੁਬਾਰਾ ਮੁਲਾਕਾਤ ਹੋਏਗੀ ਤੇ ਆਪਣਾ ਬਹੁਤ ਖਿਆਲ ਰੱਖੋ ਤੇ ਤੁਹਾਨੂੰ ਸਭ ਨੂੰ ਈਦ ਉਲ ਅਜ਼ਹਾ ਬਹੁਤ ਮੁਬਾਰਕ ਹੋਏ। ਆਪਣੇ ਇਸ ਨਾਰੇ ਦੇ ਨਾਲ ਵੀਲੌਗ ਦਾ ਇਖਤਤਾਮ ਕਰਨੇ ਆ। ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ, ਇਸਲਾਮ ਹਮੇਸ਼ਾ ਜ਼ਿੰਦਾਬਾਦ।